प्यारे दर्शकों, पंजाबनामा प्रोग्राम 'ਚ ਤੁਹਾਡਾ ਸਵਾਗਤ ਹੈ। इस प्रोग्राम ਦੇ ਵਿੱਚ ਸਾਡੇ ਨਾਲ पंजाब हरियाणा हाई कोर्ट ਦੇ ਉੱਘੇ वकील हरचंद सिंह बाठ ਤੇ ਸਾਡੇ ਨਾਲ प्रवासी भारती जसपाल सिंह छेत्रा जिन्हां ਦਾ पत्रकारी ਖੇਤਰ ਦੇ ਵਿੱਚ ਉੱਘਾ ਨਾਂ ਹੈ, ਉਹ ਅੱਜ ਸਾਡੇ ਇਸ प्रोग्राम ਦੇ ਵਿੱਚ ਨੇ। इस प्रोग्राम ਦੇ ਵਿੱਚ ਮੁੱਖ ਤੌਰ 'ਤੇ ਅਸੀਂ ਚਰਚਾ ਕਰਾਂਗੇ कि पंजाब ਦੇ ਸਾਬਕਾ DGP ਸਮੇਤ ਸਿੰਘ ਸੈਣੀ ਨੂੰ अदालत ने चलान उहदे खिलाफ पेश कर दिता गया। फरीदकोट की अदालत दे विच पहलां भी एक चलान पेश किया गया तो जिहड़ा कोटकपूरा दे विच गोलीकांड होया सी ते जिहड़ा बैबल कलां दे विच गोलीकांड होया सी, दोनों कांडां दे विच जिहड़ा तत्काली जिहड़ा SSP उहनूं उस गोलीकांड लई मुख दोषी बनाया गया सी, मेन मुख साजिशकार दे तौर ते उहनां नूं नामजद किया गया सीगा। ये मामला अदालती प्रक्रिया दे विच चल रहा है तो इस करके असी बाठ साहब नूं कहना चाहांगे कि तुसी की समझदे हो भी ये केस दे विच किन्नियां क मुश्किलां जिहड़ियां साबका DGP लई वधणगीਆਂ जां जिहड़ा मोहाली वाला केस आ उसे दी तरह उहदे विच पहिलां बहुत चर्चा सी भी उहनां नूं जिहड़ा सिखां दे पिछे जाना पेगा, उहनां दी जमानत नहीं होएगी। सुप्रीम कोर्ट ने उहनां नूं जमानत दे दित्ती सी। इस केस दे विच की होएगा जिहड़ा कि बहुत वड्डा केस सीगा। एक समय पंजाब दे विच सरकार नां दी चीज़ नहीं रह गई। एक महीना पंजाब दे विच इस किस्म दा माहौल सीगा, पर वो माहौल बदलिया ते हुण जिहड़ा इन्हां दे दो मामलिਆਂ ਦੇ ਵਿੱਚ चलान पेश किया गया साबका DGP ਦੇ खिलाफ, ਇਹਦੇ ਬਾਰੇ ਤੁਸੀਂ ਕੀ ਰਾਏ ਰੱਖਦੇ ਹੋ? ਜੰਮੂ ਸਾਹਿਬ, ਇਹ ਅੱਜ ਦੀ ਵੱਡੀ ਖਬਰ ਹੈ ਕਿ ਜਿਹੜਾ ਵਾ ਆਖਰ ਦੇ ਵਿੱਚ ਇੰਨੇ ਲੰਮੇ ਸਮੇਂ ਦੇ ਬਾਅਦ ਜੱਦੋ ਜਹਿਦ ਤੋਂ ਬਾਅਦ, ਪੁੱਛਗਿੱਛ ਕਰਨ ਤੋਂ ਬਾਅਦ, ਇਨਵੈਸਟੀਗੇਸ਼ਨ ਕਰਨ ਤੋਂ ਬਾਅਦ फाइनली जिहड़ा वा चलान पेश कर दिता वा अदालत दे विच। इन्हां दोनों केसां दे विच चलान दा मतलब जम्मू साहब ये है पंजाबी दे विच जे असीं उहनूं दसना होवे कि जिहड़ी सारी इन्वेस्टिगेशन है वो कंप्लीट हो चुकी है। ਉਹਦੇ ਜਿਹੜੇ ਡਾਕੂਮੈਂਟ ਆ, ਜਿੰਨੇ ਵੀ ਉਹਨਾਂ ਦੇ ਸਬੂਤ ਆ, ਜਿੰਨੇ ਵੀ ਗਵਾਹਾਂ ਦੇ ਜਿਹੜੇ ਬਿਆਨ ਹੋਏ ਆ, ਇਹ ਸਾਰੇ ਕੇਸ ਦੇ ਵਿੱਚ ਉਹ ਸਾਰਾ ਕੁਝ ਹੀ ਜਿਹੜਾ ਵਾ ਉਹ ਲਫ ਕਰਕੇ ਇੱਕ ਪੂਰੀ ਫਾਈਲ ਬਣਾ ਕੇ, ਇੱਕ ਜਿਹਨੂੰ ਪਲੰਦਾ ਅਸੀਂ ਕਹਿ ਦਈਏ, ਉਹ ਸਾਰੇ ਜਿਹੜੇ ਦਸਤਾਵੇਜ਼ ਹੈ ਉਹ ਇਕੱਠੇ ਕਰਕੇ ਤੇ ਉਹ ਕੋਰਟ ਦੇ ਵਿੱਚ ਦੇ ਦਿੱਤਾ ਹੈ ਕਿ ਸਾਡਾ ਜਿਹੜਾ ਕੇਸ ਹੈ ਇਹਨਾਂ ਦਸਤਾਵੇਜ਼ਾਂ ਦੇ ਆਧਾਰ ਤੇ, ਇਹਨਾਂ ਜਿਹੜੇ ਬਿਆਨਾਂ ਦੇ ਆਧਾਰ ਤੇ, ਗਵਾਹਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਸਾਡਾ ਕੇਸ ਜਿਹੜਾ ਵਾ ਉਹ ਬੇਸਡ ਹੈ। ਔਰ ਇਹਦੇ ਉੱਤੇ ਜਿਹੜਾ ਵਾ ਕੱਲ੍ਹ ਨੂੰ ਜਿਹੜੇ ਚਾਰਜ ਫਰੇਮ ਹੋਣਗੇ ਜਿਹਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਹਾਂ ਤੁਸੀਂ ਜਿਹੜਾ ਵਾ ਇਹ ਗੁਨਾਹ ਮੰਨਦੇ ਹੋ ਕਿ ਤੁਸੀਂ ਟਰਾਇਲ ਚਾਹੁੰਦੇ ਹੋ। ਉਸ ਤੋਂ ਬਾਅਦ ਜਿਹੜਾ ਵਾ ਇਹ ਟਰਾਇਲ ਜਿਹਨੂੰ ਅਸੀਂ ਮੁਕੱਦਮਾ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਹੋਏਗਾ। ਇਹਦੇ ਵਿੱਚ ਜੇ ਕੋਈ ਫਿਊਚਰ ਦੇ ਵਿੱਚ ਹੁੰਦਾ, ਇਹਨੂੰ ਅਸੀਂ ਕਹਿੰਦੇ ਆ ਕਿ 173 CRPC ਦੀ ਜਿਹੜਾ ਵਾ ਉਹ ਰਿਪੋਰਟ ਜਿਹਨੂੰ ਕਹਿੰਦੇ ਆ, ਫਾਈਨਲ ਰਿਪੋਰਟ ਜਿਹੜੀ ਹੈ ਉਹ ਕੋਰਟ ਦੇ ਵਿੱਚ ਦਾਖਲ ਹੋ ਚੁੱਕੀ ਹੈ। ਹਾਂ, ਜੇ ਇਸ ਤੋਂ ਬਾਅਦ ਵੀ ਕੋਈ ਇਹੋ ਜਿਹਾ ਕੋਈ ਬਹੁਤ ਵੱਡਾ ਸਬੂਤ ਆਉਂਦਾ, ਕੋਈ ਨਵੀਂ ਡਿਵੈਲਪਮੈਂਟ ਆਉਂਦੀ ਹੈ ਤਾਂ ਇਹ ਪ੍ਰੋਸੀਕਿਊਸ਼ਨ ਦੇ ਕੋਲ ਜਾਂ ਪੁਲਿਸ ਦੇ ਕੋਲ ਇਹ ਰਾਈਟ ਹੁੰਦਾ ਹੈ ਕਿ ਉਹ ਇੱਕ ਸਪਲੀਮੈਂਟਰੀ ਚਲਾਨ ਵੀ ਜੱਜ ਦੇ ਸਾਹਮਣੇ ਦੇ ਸਕਦੇ ਆ, ਇਹ ਕਹਿ ਕੇ ਕਿ ਇਸ ਜਿਹੜੇ ਸਾਨੂੰ ਸਬੂਤ ਜਿਹੜੇ ਹੋਰ ਮਿਲੇ ਆ ਔਰ ਇਹ ਇਸ ਕੇਸ ਦੇ ਵਿੱਚ ਬਹੁਤ ਰੈਲੇਵੈਂਟ ਹੈ, ਇਸ ਕਰਕੇ ਇਹ ਵੀ ਜਿਹੜੇ ਡਾਕੂਮੈਂਟ ਹੈ ਉਹ ਲੈ ਜਾਣ। ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਰੌਲਾ ਗੋਲਾ ਸਾਰਾ ਅਸੀਂ ਸ਼ੁਰੂ ਹੋਇਆ ਵੀ ਇਸ ਕੇਸ ਦੇ ਵਿੱਚ ਕੀ ਬਣੂਗਾ ਕੀ ਨਹੀਂ ਬਣੂਗਾ, ਉਹਦੇ ਉੱਤੇ ਘੱਟੋ ਘੱਟ ਜਿਹੜਾ ਹਾਲ ਦੀ ਘੜੀ ਇੱਕ ਵਿਰਾਮ ਚਿੰਨ੍ਹ ਜਿਹੜਾ ਲੱਗ ਗਿਆ ਤੇ ਉਹ ਜਿਹੜਾ ਸਾਰਾ ਕੁਝ ਜਿਹੜਾ ਵਾ ਹੁਣ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਜੱਜ ਸਾਹਿਬ ਜਿਹੜੇ ਆ ਹੁਣ ਜਿੰਨੇ ਦੋਸ਼ੀ ਹੈ ਉਹਨਾਂ ਨੂੰ ਸਮਨ ਕਰਨਗੇ, ਬੁਲਾਉਣਗੇ ਔਰ ਉਸ ਤੋਂ ਬਾਅਦ ਜਿਹੜੀ ਇਹ ਸਾਰੀ ਕਾਰਵਾਈ ਅਦਾਲਤ ਦੇ ਸਾਹਮਣੇ ਜਿਹੜੀ ਚਾਰਜ ਸ਼ੀਟ ਲਾਉਣ ਦਾ ਜਿਹੜਾ ਵਾ ਉਹ ਪ੍ਰੋਸੈਸ ਸ਼ੁਰੂ ਹੋਊਗਾ। ਉਸ ਤੋਂ ਬਾਅਦ ਗਵਾਹੀਆਂ ਜਿਹੜੀਆਂ ਹੋਣਗੀਆਂ, ਕੀ ਉਹਦੇ ਵਿੱਚ ਹੁੰਦਾ ਹੈ ਕੀ ਨਹੀਂ ਹੁੰਦਾ, ਕਿਉਂਕਿ ਅਜੇ ਵੀ ਇੱਕ ਜਿਹੜੀ ਪਟੀਸ਼ਨ ਹੈ ਉਹ ਪਈ ਹੋਈ ਹੈ ਹਾਈ ਕੋਰਟ ਦੇ ਵਿੱਚ ਕਿ ਜਿਹੜਾ ਕੰਵਰ ਵਿਜੇ ਪ੍ਰਤਾਪ ਸਿੰਘ ਹੈ ਇਸ ਨੂੰ ਬਦਲਿਆ ਜਾਵੇ, ਇਹ ਬਾਇਸਡ ਹੈ। ਉਹਦਾ ਕੀ ਹੁੰਦਾ ਨਹੀਂ ਹੁੰਦਾ, ਪਰ ਮੈਨੂੰ ਲੱਗਦਾ ਹੈ ਕਿ ਜਦੋਂ ਚਲਾਨ ਅਦਾਲਤ ਦੇ ਕੋਲ ਚਲਾ ਗਿਆ ਤਾਂ ਘੱਟੋ ਘੱਟ ਜਿਹੜਾ ਪ੍ਰੋਸੈਸ ਨੈਕਸਟ ਪ੍ਰੋਸੈਸ ਹੈ ਉਹ ਸ਼ੁਰੂ ਹੋ ਜਾਏਗਾ। ਇਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਬਾਹਰ ਹੋ ਜਾਂਦੀ ਹੈ, ਫਿਰ ਜੱਜ ਔਰ ਜਿਹੜਾ ਦੋਸ਼ੀਆਂ ਦੇ ਵਿੱਚ ਹੋਏਗਾ ਤੇ ਜਿਹੜੇ ਗਵਾਹ ਵਾ ਉਹ ਜੱਜ ਸਾਹਿਬ ਦੇ ਸਾਹਮਣੇ ਆਉਣਗੇ ਤੇ ਅਗਲੀ ਕਾਰਵਾਈ ਸ਼ੁਰੂ ਹੋਏਗੀ। ਚਿਤਰਾ ਜੀ, ਤੁਸੀਂ ਕੀ ਸਮਝਦੇ ਹੋ ਵੀ ਇਹ ਕਿੱਧਰ ਨੂੰ ਕੇਸ ਜਾ ਰਿਹਾ? ਬਾਠ ਸਾਹਿਬ ਨੇ ਇਹਦਾ ਜਿਹੜਾ ਕਾਨੂੰਨੀ ਪੱਖ ਹੈ ਉਹ ਤਾਂ ਬਖੂਬੀ ਦੱਸਿਆ, ਮੈਂ ਉਹਦੇ 'ਚ ਨਹੀਂ ਜਾਊਂਗਾ। ਮੈਂ ਇਹਨੂੰ ਦੇਖਣਾ ਚਾਹੂੰਗਾ ਇਸ ਕੇਸ ਨੂੰ ਵੀ, ਜਿਹੜੇ ਪਹਿਲਾਂ ਚੱਲ ਰਹੇ ਕੇਸ ਹੈ ਸਮੇਤ ਸਿੰਘ ਸੈਣੀ ਹੋਣਾ ਦੇ ਉੱਤੇ ਉਹਦੇ ਨਾਲ ਜੋੜ ਕੇ, ਕਿਉਂਕਿ ਜਦੋਂ ਪਿਛਲਾ ਜਿਹੜਾ ਦੌਰ ਸੀ ਪੰਜਾਬ ਦਾ, ਸ਼ਾਇਦ ਜੇ ਪਿੱਛੇ ਮੁੜ ਕੇ ਦੇਖੀਏ ਤਾਂ DGP ਲੈਵਲ ਦਾ ਕੋਈ ਵੀ ਅਫਸਰ ਹੈ ਜਿਹੜਾ
ਕਿਸੇ ਕੇਸ ਦੇ ਵਿੱਚ ਨਾਮਜ਼ਦ ਹੋਇਆ ਹੋਵੇ ਤਾਂ ਮੇਰੇ ਚੇਤੇ ਦੇ ਵਿੱਚ ਇਦਾਂ ਦਾ ਕੋਈ ਕੇਸ ਨਹੀਂ ਹੈ। ਆਲੇ ਦੁਆਲੇ ਜੇ ਦੇਖੀਏ ਸ਼ਾਇਦ ਹਰਿਆਣੇ ਦਾ ਇੱਕ DGP ਹੈ, ਉਹ ਕਿਸੇ ਹੋਰ ਹੀ ਰੇਪ ਕੇਸ ਸੀ ਜਾਂ ਕੋਈ ਇਦਾਂ ਦਾ ਕੇਸ ਸੀ, ਉਹਦੇ 'ਚ ਜ਼ਰੂਰ ਉਹਨਾਂ 'ਤੇ ਨਾਮਜ਼ਦ ਹੋਏ ਸੀ। ਪਰ DGP ਲੈਵਲ ਦੇ ਅਫਸਰ ਦਾ ਵੱਖ-ਵੱਖ ਕੇਸਾਂ 'ਚ ਲਗਾਤਾਰ ਨਾਮਜ਼ਦ ਹੋਣਾ, ਇਹ ਆਪਣੇ ਆਪ ਦੇ ਵਿੱਚ ਵੀ ਇੱਕ ਮੈਂ ਸਮਝਦਾ ਕਿ ਜੋ ਵਰਤਾਰਾ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਹਨੂੰ ਇੱਕ ਸਹੀ ਪਰਸਪੈਕਟਿਵ ਦੇ ਵਿੱਚ ਜਿੱਧਰ ਜਾਣਾ ਚਾਹੀਦਾ, ਜਿਹੇ ਜਿਹੇ ਕਾਨੂੰਨ ਦੀ ਵਿਵਸਥਾ ਚੱਲਣੀ ਚਾਹੀਦੀ ਹੈ, ਮੈਂ ਉਹਦੀ ਪ੍ਰਕਿਰਿਆ ਨਾਲ ਜੋੜ ਕੇ ਇਹਨੂੰ ਦੇਖਣਾ ਚਾਹੂੰਗਾ ਇਸ ਸਾਰੇ ਸਿਲਸਿਲੇ ਨੂੰ। ਭੱਟ ਸਾਹਿਬ, ਉਹਨਾਂ ਨੂੰ ਸਾਬਕਾ DGP ਨੂੰ ਕਿਹਾ ਵੀ 18 ਜਿਹੜੀ ਅਗਲੀ ਹੈ ਉਹਨੂੰ ਪੇਸ਼ ਹੋਵੋ ਅਦਾਲਤ ਦੇ ਵਿੱਚ। 18 ਫਰਵਰੀ ਡੇਟ ਪੈ ਗਈ ਹੈ, ਤੁਹਾਨੂੰ ਲੱਗਦਾ ਵੀ 18 ਫਰਵਰੀ ਤੱਕ ਜਿਹੜੇ ਚਾਰਜ ਫਰੇਮ ਹੋ ਜਾਣਗੇ ਜਾਂ ਕੀ? ਜੰਮੂ ਸਾਹਿਬ ਇਸ ਤੋਂ ਪਹਿਲਾਂ ਨਹੀਂ ਹੁੰਦੇ। ਜਦੋਂ ਚਾਰਜ ਫਰੇਮ ਦਾ ਮਤਲਬ ਹੈ ਕਿ ਜੇ ਉਹ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਿਹੜੇ ਜੱਜ ਸਾਹਿਬ ਸਮਨ ਕਰਨਗੇ, ਜਦੋਂ ਅਦਾਲਤ ਦੇ ਵਿੱਚ ਪੇਸ਼ ਹੁੰਦੇ ਆ ਤੇ ਇਹ ਜਿਹੜੇ ਸਾਰੇ ਡਾਕੂਮੈਂਟ ਹੈ, ਜਿਹੜੀ ਚਲਾਨ ਦੀ ਕਾਪੀ, ਜਿਹੜਾ ਪੁਲੰਦਾ ਵਾ, ਇਹ ਸਾਰੇ ਦੋਸ਼ੀਆਂ ਨੂੰ ਮੁਹੱਈਆ ਕਰਾਇਆ ਜਾਊਗਾ ਕਿ ਇਹ ਤੁਹਾਡੇ ਖਿਲਾਫ ਸਬੂਤ ਹੈ, ਇਹ ਤੁਹਾਡੇ ਖਿਲਾਫ ਗਵਾਹੀ ਹੈ, ਇਹ ਜਿਹੜਾ ਪੁਲਿਸ ਨੇ ਜਿਹੜਾ ਸਾਰਾ ਕੁਝ ਜਿਹੜਾ ਬਣਾ ਕੇ ਡਾਕੂਮੈਂਟਸ ਜਿਹੜੇ ਆ ਸਾਡੇ ਕੋਰਟ ਦੇ ਵਿੱਚ ਦਿੱਤੇ ਆ, ਇਹ ਤੁਹਾਨੂੰ ਸਾਰੇ ਦੋਸ਼ੀਆਂ ਨੂੰ ਇੱਕ ਇੱਕ ਕਾਪੀ ਜਿਹੜੀ ਆ, ਇਹ ਕਾਨੂੰਨ ਹੈ ਕਿ ਮੁਫਤ ਦੇ ਵਿੱਚ ਉਹਨਾਂ ਨੂੰ ਕਾਪੀ ਸਪਲਾਈ ਕਰਦੇ ਆ ਤਾਂ ਕਿ ਉਹਨਾਂ ਨੂੰ ਦੋਸ਼ੀ ਨੂੰ ਇਹ ਪਤਾ ਲੱਗ ਸਕੇ ਕਿ ਮੇਰੇ ਖਿਲਾਫ ਕੀ ਹੈ ਤੇ ਉਹ ਆਪਣੀ ਡਿਫੈਂਸ ਤਿਆਰ ਕਰ ਸਕੇ। ਤੇ ਉਹ ਡਿਫੈਂਸ ਜਦੋਂ ਜਿਹੜੀ ਹੈ ਉਹ ਪੜ੍ਹ ਲੈਣਗੇ, ਤਿਆਰ ਹੋ ਜਾਣਗੇ, ਤਾਂ ਉਸ ਤੋਂ ਬਾਅਦ ਜਿਹੜਾ ਵਾ ਜੱਜ ਸਾਹਿਬ ਕਹਿਣਗੇ ਕਿ ਹਾਂ ਹੁਣ ਤੁਹਾਨੂੰ ਅਸੀਂ ਚਾਰਜ ਕਰਨਾ, ਦੱਸੋ ਆਹ ਡਾਕੂਮੈਂਟ ਤੁਹਾਨੂੰ ਦੇ ਦਿੱਤੇ ਆ, ਇਸ ਡਾਕੂਮੈਂਟਸ ਦੇ ਬੇਸ ਦੇ ਉੱਤੇ ਤੁਸੀਂ ਕੀ ਆਪਣੀ ਡਿਫੈਂਸ ਲੈਣਾ ਚਾਹੁੰਦੇ ਹੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਦੋਸ਼ ਮੰਨਦੇ ਹੋ ਜਾਂ ਨਹੀਂ ਮੰਨਦੇ। ਤੇ ਉਦੋਂ ਜਿਹੜੀ ਆ ਉਹ ਬਹਿਸ ਹੋਏਗੀ, ਉਹਨਾਂ ਦੇ ਵਕੀਲ ਸਾਹਿਬ ਬਹਿਸ ਕਰਨਗੇ, ਉਧਰੋਂ ਸਰਕਾਰੀ ਵਕੀਲ ਜਿਹੜਾ ਬਹਿਸ ਕਰੇਗਾ, ਤੇ ਉਸ ਤੋਂ ਬਾਅਦ ਜਿਹੜੇ ਚਾਰਜ ਫਰੇਮ ਜਿਹੜੇ ਉਹ ਹੋਣਗੇ ਤੇ ਅਗਲੀ ਕਾਰਵਾਈ ਸ਼ੁਰੂ ਹੋਏਗੀ। ਅਜੇ 18 ਤਰੀਕ ਨੂੰ ਇਹੋ ਜੀ ਕੋਈ ਵੀ ਜਿਹੜੇ ਚਾਰਜ ਤੇ ਬਹਿਸ ਹੋਣ ਦੀ ਜਿਹੜੀ ਕੋਈ ਸੰਭਾਵਨਾ ਨਹੀਂ, ਕਿਉਂਕਿ ਉਹ ਸਾਰੇ ਡਾਕੂਮੈਂਟ ਜਿਹੜੇ ਆ ਕੋਰਟ ਦੇ ਵਿੱਚ ਦਿੱਤੇ ਆ। ਦੋਸ਼ੀ ਅਜੇ ਜਿਹੜੇ ਉਹ ਪੇਸ਼ ਨਹੀਂ ਹੋਏ, ਦੋਸ਼ੀਆਂ ਨੂੰ ਹੁਣ ਸਮਨ ਆਏ ਨੇ ਤੇ ਉਹ ਉੱਥੇ ਪੇਸ਼ ਹੋਣਗੇ ਤੇ ਉਸ ਤੋਂ ਬਾਅਦ ਜਿਹੜੀ ਆ ਗੱਲ ਚੱਲੂਗੀ। ਪਰ ਮੈਂ ਇੱਕ ਗੱਲ ਜੰਮੂ ਸਾਹਿਬ ਜਿਹੜੀ ਜ਼ਰੂਰ ਐਡ ਕਰਨਾ ਚਾਹੂੰਗਾ, ਉਹ ਹੈ ਕਿ ਇਹ ਜਿੰਨੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਇਹਦੇ ਉੱਤੇ ਬਹੁਤ ਕੰਤੂ ਪਰਿੰਤੂ ਬਹਿਸ ਜਿਹੜੀ ਉਹ ਚੱਲ ਰਹੀ ਸੀ ਕਿ ਇਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਜਿਹਨੂੰ ਕਿਹਾ ਜਾਂਦਾ ਸਰਸੇ ਡੇਰੇ ਦਾ ਮੁਖੀ ਜਿਹੜਾ ਉਹ ਕਿੱਥੇ ਗਿਆ ਇਹਦੇ ਵਿੱਚ, ਕਿਉਂਕਿ ਅਜੇ ਤੱਕ ਉਹ ਦੋਸ਼ੀਆਂ ਦੇ ਵਿੱਚ ਨਹੀਂ ਹੈ। ਉਸ ਵੇਲੇ ਦੇ ਜਿਹੜੇ ਹੋਮ ਮਿਨਿਸਟਰ ਸੀ ਉਹਨਾਂ ਦਾ ਕੀ ਰੋਲ ਸੀ, ਉਹ ਕਿਸ ਤਰ੍ਹਾਂ ਸੀ, ਕਿਉਂਕਿ ਵੇਖੋ ਕੋਈ ਵੀ ਪੁਲਿਸ ਅਫਸਰ ਜਿਹੜਾ ਵਾ ਉਹ ਆਪਣੇ ਤੌਰ ਦੇ ਉੱਤੇ ਗੋਲੀ ਚਲਾਉਣ ਦਾ ਆਰਡਰ ਜਾਂ ਇੱਥੋਂ ਤੱਕ ਜਿਹੜਾ ਵਾ ਉਹ ਨਹੀਂ ਜਾ ਸਕਦਾ। ਔਰ ਇਹ ਵੀ ਪਹਿਲਾਂ ਆਈਆਂ ਚਰਚਾ ਵੀ ਉਹਨਾਂ ਦੀ ਗੱਲਬਾਤ ਜਿਹੜੀ ਆ ਹੁੰਦੀ ਰਹੀ ਆਪਸ ਵਿੱਚ, ਜਿਹੜੀ ਕੰਟੈਕਟ ਦੇ ਵਿੱਚ ਰਹੇ, ਉਹ ਚੀਜ਼ਾਂ ਦੇ ਉੱਤੇ ਦੋ ਇਸ਼ੂਜ਼ ਦੇ ਉੱਤੇ ਜਿਹੜਾ ਇੱਕ ਕੁਐਸਚਨ ਮਾਰਕ ਹੈ ਕਿ ਕੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਜਾਣ ਬੁੱਝ ਕੇ ਛੱਡਿਆ ਗਿਆ ਜਾਂ ਵਾਕਿਆ ਜਿਹੜਾ ਵਾ ਕੋਈ ਸਬੂਤ ਨਹੀਂ ਮਿਲਿਆ। ਹਾਂ, ਜਦੋਂ ਇਹ ਚਲਾਨ ਸਾਰਾ ਪੇਸ਼ ਹੋਊਗਾ, ਉਹਦੀ ਕਾਪੀ ਤੁਹਾਡੇ ਕੋਲ ਵੀ ਤੁਸੀਂ ਵੀ ਲੈ ਸਕਦੇ ਹੋ, ਮਿਲ ਸਕਦੀ ਹੈ, ਤਾਂ ਉਹਦੇ ਵਿੱਚੋਂ ਇਹ ਗੱਲ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆਊਗੀ, ਕਿਉਂਕਿ ਸਾਡੇ ਕੋਲ ਚਲਾਨ ਦੀ ਕਾਪੀ ਨਹੀਂ ਹੈ ਕਿ ਪੁਲਿਸ ਨੇ ਕੀ ਕਿਹਾ, ਉਹਦੇ ਵਿੱਚ ਇਨਵੈਸਟੀਗੇਸ਼ਨ ਏਜੰਸੀ ਨੇ ਕੀ ਉਹਦੇ ਵਿੱਚ ਗੱਲ ਕੀਤੀ ਹੈ। ਤੇ ਉਹ ਜਦੋਂ ਆਏਗਾ ਤਾਂ ਇਹ ਦੋ ਪੱਖਾਂ ਬਾਰੇ ਜਿਹੜੀ ਹੈ ਉਹ ਗੱਲ ਸਾਫ਼ ਹੋਏਗੀ ਕਿ ਹਾਂ ਕੀ ਜਾਣਬੁੱਝ ਕੇ ਉਹਨਾਂ ਨੂੰ ਪਾਸੇ ਕੀਤਾ ਗਿਆ ਜਾਂ ਵਾਕਈ ਉਹਨਾਂ ਦੇ ਖਿਲਾਫ ਕੋਈ ਦੋਸ਼ ਨਹੀਂ ਬਣਿਆ। ਇਹਦੇ ਨਾਲ ਹੀ ਇਸ ਕੇਸ ਨਾਲ WhatsApp 3 ਜਿਹੜੇ ਡੇਰੇ ਦੇ ਮੁੱਖ ਜਿਹੜੇ ਕਮੇਟੀ ਮੈਂਬਰ ਹੈ, ਜਿਹੜੀ ਉਹਨਾਂ ਦੀ ਵੱਡੀ ਕਮੇਟੀ ਸੀਗੀ, ਉਹਦੇ 3 ਆਗੂਆਂ ਨੂੰ ਜਿਹੜਾ ਭਗੌੜਾ ਕਰਾਰ ਦਿੱਤਾ ਗਿਆ। ਤੇ ਇਹ ਤੋਂ ਲੱਗਦਾ ਨਹੀਂਗਾ ਇਹਦੇ ਵਿੱਚ ਨਾ ਡੇਰੇ ਦੇ ਮੁਖੀ ਨੂੰ ਅਜੇ ਤੱਕ ਸਮਨ ਕੀਤਾ ਗਿਆ ਜਾਂ ਕੀਤਾ ਗਿਆ, ਪੇਸ਼ ਨਹੀਂ ਹੋਏ, ਜਾਂ ਮਤਲਬ ਇਹਦੇ ਵਿੱਚ 3 ਭਗੌੜੇ ਕਰਾਰ ਦਿੱਤੇ। ਇਹ ਕੇਸ ਜਲਦੀ ਖਤਮ ਹੋਣ ਦੀ ਸੰਭਾਵਨਾ ਹੈਗੀ ਹੈ ਕੋਈ, ਤੁਹਾਨੂੰ ਲੱਗਦਾ ਕਿ? ਜੰਮੂ ਸਾਹਿਬ, ਮੈਂ ਇਸੇ ਕਰਕੇ ਮੈਂ ਇਹਨੂੰ ਟੱਚ ਕੀਤਾ ਸੀ ਇਸ ਇਸ਼ੂ ਨੂੰ। ਤੁਸੀਂ ਹੁਣ ਉਹਦੀ ਡਿਟੇਲ ਦੇ ਵਿੱਚ ਜਿਹੜੀ ਆ ਜਦੋਂ ਗੱਲ ਕੀਤੀ ਹੈ ਤਾਂ ਮੈਂ ਜ਼ਰੂਰ ਇਹ ਕਹਾਂਗਾ ਕਿ ਦੇਖੋ, ਇੱਕ ਇੰਨਾ ਸੀਨੀਅਰ ਆਫੀਸਰ ਜਿਹੜਾ ਉਹ ਇਸ ਕੇਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਤੇ 3 ਬੰਦੇ ਉਹ ਕਿੱਥੇ ਚਲੇ ਗਏ? ਉਹ ਅਸਮਾਨ ਤੇ ਜਿਹੜਾ ਉਹਨਾਂ ਨੂੰ ਲੈ ਗਿਆ, ਜੋ ਧਰਤੀ ਜਿਹੜੀ ਆ ਉਹਨਾਂ ਨੂੰ ਜਿਹੜਾ ਛੁਪਣ ਕਰ ਦਿੱਤਾ, ਕਿੱਥੇ ਚਲੇ ਗਏ? ਇਹ ਗੱਲ ਜਿਹੜੀ ਹੈ ਇੱਕ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਹੈ ਕਿ ਉਹ 3 ਦੋਸ਼ੀਆਂ ਦੇ ਬਾਰੇ ਕੋਈ ਪਤਾ ਨਾ ਲੱਗ ਸਕੇ ਤੇ ਆਖਰਕਾਰ ਪੁਲਿਸ ਕੋ ਇਹ ਹੱਲ ਹੁੰਦਾ ਹੈ ਕਿ ਉਹ ਕਹਿੰਦੀ ਹੁੰਦੀ ਹੈ ਜੀ ਕਿ ਉਹਨਾਂ ਦੇ ਸਾਨੂੰ ਵੇਅਰ ਅਬਾਊਟਸ ਪਤਾ ਨਹੀਂ ਹੈ, ਤੇ ਇਸ ਕਰਕੇ ਜਦੋਂ ਉਹਨਾਂ ਬਾਰੇ ਗ੍ਰਿਫਤਾਰੀ ਹੋਊਗੀ, ਪਤਾ ਲੱਗੂਗਾ, ਉਹਨਾਂ ਦੇ ਸੰਬੰਧ ਦੇ ਵਿੱਚ ਚਲਾਨ ਅਸੀਂ ਬਾਅਦ ਦੇ ਵਿੱਚ ਪੇਸ਼ ਕਰ ਦਾਂਗੇ। ਹਾਲ ਦੀ ਘੜੀ ਤੁਸੀਂ ਜਿਹੜਾ ਵਾ ਇਹ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਦੀ ਸੁਣਵਾਈ ਕਰ ਲਓ। ਦੂਸਰੀ ਗੱਲ ਜਿਹੜੀ ਜੰਮੂ ਸਾਹਿਬ ਤੁਸੀਂ ਕਹੀ ਹੈ ਕਿ ਜਿਹੜਾ ਮੁੱਖ ਦੋਸ਼ੀ ਜਿਹਨੂੰ ਅਸੀਂ ਕਹਿੰਦੇ ਆ ਸਰਸਾ ਡੇਰੇ ਦਾ ਮੁਖੀ ਜਿਹੜਾ ਹੈ, ਇਹ ਪੁਲਿਸ ਕੋਲੇ ਰਾਈਟ ਹੈ ਕਿ ਉਹ ਕਿਸੇ ਵੀ ਵੱਡੀ ਤੋਂ ਵੱਡੀ ਪਰਸਨੈਲਿਟੀ ਨੂੰ ਜਿਹੜਾ ਹੈ ਉਹ 160 ਧਾਰਾ ਜਿਹੜੀ ਹੈ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ, ਉਹਦੇ ਅੰਡਰ ਉਹਨਾਂ ਨੂੰ ਬੁਲਾ ਸਕਦਾ ਵਾ, ਇਨਵੈਸਟੀਗੇਸ਼ਨ ਕਰ ਸਕਦਾ ਵਾ, ਪੁੱਛਗਿੱਛ ਕਰ ਸਕਦਾ ਵਾ। ਪਰ ਇਹ ਸਾਰੇ ਪ੍ਰੋਸੈਸ ਦੇ ਵਿੱਚ ਲੱਗਦਾ ਇਹ ਹੈ
ਕਿ ਕੋਈ ਸਿੰਸੈਰਿਟੀ ਸ਼ਾਇਦ ਨਹੀਂ ਸੀ ਹੈ, ਕੋਈ ਇਮਾਨਦਾਰੀ ਨਹੀਂ ਸੀ ਹੈ ਕਿ ਅਸੀਂ ਉਸ ਟੌਪ ਦਾ ਜਿਹੜਾ ਦੋਸ਼ੀ ਆ ਜਿਹਦਾ ਨਾਂ ਲਗਾਤਾਰ ਆਉਂਦਾ ਰਿਹਾ ਉੱਥੋਂ ਤੱਕ ਪਹੁੰਚ ਸਕੀਏ। ਇੱਕ ਪੋਲੀਟੀਕਲ ਵਿਲ ਜਿਹਨੂੰ ਅਸੀਂ ਕਹਿੰਦੇ ਆ ਇਨਵੈਸਟੀਗੇਸ਼ਨ ਏਜੰਸੀ ਦੀ, ਉਹ ਕਿਤੇ ਨਾ ਕਿਤੇ ਲੈਕ ਜਿਹੜੀ ਕਰਦੀ ਸੀ, ਜਾਂ ਕੋਈ ਹੋਰ ਮੋਟੀਵੇਸ਼ਨ, ਕੋਈ ਹੋਰ ਕੰਸੀਡਰੇਸ਼ਨ ਇਹਦੇ ਬਾਰੇ ਹੋਣਗੀਆਂ, ਉਹਦੇ ਬਾਰੇ ਅਸੀਂ ਕੋਈ ਕਿੰਤੂ ਨਹੀਂ ਕਰ ਸਕਦੇ। ਪਰ ਜ਼ਰੂਰ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਵੱਡਾ ਲੂਪ ਹੋਲ ਜਿਹੜਾ ਵਾ ਉਹ ਹੈ। ਚਿਤਰਾ ਸਾਹਿਬ ਤੁਹਾਡਾ ਕੀ ਕਹਿਣਾ? ਮੇਰਾ ਵੀ ਜਿਹੜਾ ਬਾਟ ਸਾਹਿਬ ਨੇ ਪੁਆਇੰਟ ਰੇਜ਼ ਕੀਤਾ ਕਿ ਜਿਹੜੇ ਡੀਜੀਪੀ ਉਦੋਂ ਸੀਗੇ ਸਮੇਰ ਸਿੰਘ ਸੈਣੀ ਤੇ ਉਮਰਾ ਨੰਗਲ, ਜਿਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਇਸ ਕੇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਪੁਲਿਸ ਵੱਲੋਂ, ਕਿ ਇਹ ਵੱਡਾ ਸਵਾਲੀਆ ਚਿੰਨ੍ਹ ਉਦੋਂ ਵੀ ਸੀ, ਹੁਣ ਵੀ ਹੈ, ਕਿ ਉਹਨਾਂ ਨੇ ਜਿਹੜਾ ਫੈਸਲਾ ਲਿਆ ਸੀ। ਪਹਿਲੀ ਗੱਲ ਤਾਂ ਉਮਰਾ ਨੰਗਲ ਉਹਨਾਂ ਨੂੰ ਲੁਧਿਆਣੇ ਤੋਂ ਜਿਹੜਾ ਸ਼ਿਫਟ ਕਰਨਾ, ਉਹ ਆਪਣੇ ਆਪ ਦੇ ਵਿੱਚ ਸਵਾਲ ਸੀ ਕਿ ਉਹ ਫੈਸਲਾ ਡੀਜੀਪੀ ਸੈਣੀ ਹੋਣਾ ਦਾ ਸੀ ਜਾਂ ਹੋਮ ਮਿਨਿਸਟਰ ਜਿਹੜੇ ਜਿਨ੍ਹਾਂ ਦੇ ਅੰਡਰ ਉਹ ਕੰਮ ਕਰਦੇ ਸੀ ਉਹਨਾਂ ਦਾ ਸੀ, ਜਾਂ ਚੀਫ ਮਿਨਿਸਟਰ ਉਦੋਂ ਦੇ ਜਿਹੜੇ ਸੀ ਉਹਨਾਂ ਦਾ ਸੀ। ਸੋ ਇਹ ਜਿਹੜੇ ਕੁਐਸਚਨ ਮਾਰਕ ਹੈ ਇਹ ਜਿਉਂ ਦੇ ਤਿਉਂ ਖੜੇ ਹੋਏ ਨੇ। ਵਾਟ ਸਾਹਿਬ ਨੇ ਕਿਹਾ ਕਿ ਪੋਲੀਟੀਕਲ ਵਿਲ ਦੀ ਗੱਲ ਹੈ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਇਨਵੈਸਟੀਗੇਸ਼ਨ ਅਫਸਰ ਹੈ ਉਹਨਾਂ ਦੇ ਉੱਤੇ ਹੁਣ ਤਾਂ ਨਹੀਂ ਕੋਈ ਸਿਆਸੀ ਦਬਾਅ ਕਿ ਇਸ ਇਨਵੈਸਟੀਗੇਸ਼ਨ ਨੂੰ ਇੱਥੇ ਤੱਕ ਰੱਖਣਾ, ਇਸ ਤੋਂ ਅੱਗੇ ਨਹੀਂ ਜਾਣ ਦੇਣਾ, ਕਿਉਂਕਿ ਇਹ ਸਵਾਲਾਂ ਦਾ ਜਵਾਬ ਜਿਹੜਾ ਇਹ ਚਲਾਨ ਦੇ ਵਿੱਚ ਇੱਥੇ ਜਾ ਕੇ ਰੁਕ ਜਾਂਦਾ ਕਿ ਡੀਜੀਪੀ ਉਹਨਾਂ ਨੂੰ ਨਾਮਜ਼ਦ ਕਰਤਾ, ਉਸ ਤੋਂ ਬਾਅਦ ਉਮਰਾ ਨੰਗਲ ਨੂੰ ਨਾਮਜ਼ਦ ਕਰ ਦਿੱਤਾ, ਪਰ ਉਹ ਕਿਹਦੀ ਕਮਾਂਡ ਦੇ ਅੰਡਰ ਕੰਮ ਕਰ ਰਹੇ ਸੀ? ਹੋਮ ਮਿਨਿਸਟਰ ਸ਼ਾਇਦ ਛੁੱਟੀ ਤੇ ਗਏ ਹੋਏ ਸੀ, ਉਦੋਂ ਚੀਫ ਮਿਨਿਸਟਰ ਤਾਂ ਇੱਥੇ ਹੀ ਸੀ। ਹਾਂਜੀ ਹਾਂਜੀ, ਉਹਨਾਂ ਦੇ ਕਾਲ ਰਿਕਾਰਡ ਦੀ ਵੀ ਗੱਲ ਹੋਈ ਸੀ, ਵੀ ਕਾਲ ਡਿਟੇਲ ਅੱਧੀ ਰਾਤ ਨੂੰ ਚੀਫ ਮਿਨਿਸਟਰ ਤੇ ਡੀਜੀਪੀ ਦੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ, ਉਹ ਕੀ ਕਮਾਂਡ ਜਿਹੜੇ ਲੈ ਰਹੇ ਸੀ ਤੇ ਮੁੱਖ ਮੰਤਰੀ ਉਹਨਾਂ ਨੂੰ ਕੀ ਆਰਡਰਸ ਦੇ ਰਹੇ ਸੀ, ਇਹ ਹਲੇ ਤੱਕ ਵੀ ਜਿਹੜਾ ਸਵਾਲੀਆ ਚਿੰਨ੍ਹ ਹੈ ਉਹ ਜਿਉਂਦਾ ਤਿਉਂ ਖੜਾ ਹੋਇਆ। ਦੂਸਰਾ ਸਵਾਲ ਜੰਮੂ ਸਾਹਿਬ ਜਿਹੜਾ ਤੁਹਾਡਾ ਸੀ ਨਾ ਕਿ ਕਿੰਨੀ ਕੁ ਦੇਰ ਇਸ ਨੂੰ ਲੱਗੇਗੀ, ਇਹ ਅਕਸਰ ਹੀ ਵੇਖਿਆ ਗਿਆ ਵਾ ਕਿ ਜਿਹੜੇ ਕੇਸ ਦੇ ਵਿੱਚ, ਕਿਸੇ ਵੀ ਕੇਸ ਦੇ ਵਿੱਚ ਜਿਹੜੇ ਇਨਫਲੂਐਂਸ਼ੀਅਲ ਲੋਕ ਹੁੰਦੇ ਆ, ਵੱਡੇ ਲੋਕ ਹੁੰਦੇ ਆ, ਉਹਨਾਂ ਕੋਲੇ ਕਾਫੀ ਸਾਰਾ ਜਿਹੜਾ ਨਾ ਬੇਸ ਹੁੰਦਾ ਜਾਂ ਕੈਪੈਸਿਟੀ ਹੁੰਦੀ ਕਿ ਉਹ ਕੇਸ ਨੂੰ ਬਹੁਤ ਲੰਬਾ ਕਰ ਸਕਦੇ ਆ। ਤੁਸੀਂ ਸੈਣੀ ਦੀ ਦੇਖੋ, ਜਿਹੜਾ ਲੁਧਿਆਣੇ ਕਿਡਨੈਪਿੰਗ ਦਾ ਕੇਸ ਹੈ ਉਹਨਾਂ ਦੇ ਰਿਸ਼ਤੇਦਾਰਾਂ ਦਾ, ਦਿੱਲੀ ਚੱਲ ਰਿਹਾ 25 ਸਾਲ ਤੋਂ ਉੱਪਰ ਹੋ ਗਏ ਆ, ਦਿੱਲੀ ਚੱਲ ਰਿਹਾ। ਬਹੁਤ ਵਾਰ ਜਿਹੜਾ ਵਾ ਹਾਈ ਕੋਰਟ ਨੇ ਵੀ ਕਹਿਤਾ ਕਿ ਡੇ ਟੂ ਡੇ ਸੁਣਵਾਈ ਹੋ ਕੇ ਇਹਦਾ ਫੈਸਲਾ ਕੀਤਾ ਜਾਵੇ, ਪਰ ਅਜੇ ਵੀ ਉਹ ਕੇਸ ਦਾ ਵਜ੍ਹਾ ਕਿਸੇ ਬੰਨੇ ਨਹੀਂ ਲੱਗਾ। ਇਸੇ ਤਰ੍ਹਾਂ ਜਿਹੜਾ ਬਾਬਰੀ ਮਸਜਿਦ ਵਾਲਾ ਕੇਸ ਸੀ, ਤੁਸੀਂ ਦੇਖੋ ਕਿ ਕਿੰਨੇ ਦਹਾਕੇ ਉਸ ਨੂੰ ਲੱਗੇ ਤੇ ਆਖਰ ਦੇ ਵਿੱਚ ਉਹ ਸਾਰੇ ਜਿਹੜੇ ਆ ਉਹ ਬਰੀ ਕਰ ਦਿੱਤੇ ਗਏ। ਹੋਰ ਵੀ ਤੁਸੀਂ ਇਹੋ ਜਿਹੀਆਂ ਜਿਹੜੀਆਂ ਨਾ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ ਕਿ ਜਿਨ੍ਹਾਂ ਕੇਸਾਂ ਦੇ ਵਿੱਚ ਜਿਹੜੇ ਆ ਨਾਮੀ ਬੰਦੇ ਹੁੰਦੇ ਆ, ਇਨਫਲੂਐਂਸ਼ੀਅਲ ਬੰਦੇ ਹੁੰਦੇ ਆ, ਔਰ ਇਸ ਕੇਸ ਦੇ ਵਿੱਚ ਤਾਂ ਜਿਹੜਾ ਵਾ ਇੱਕ ਸਾਬਕਾ ਡੀਜੀਪੀ, ਕਿਉਂਕਿ ਜਿੰਨੇ ਆਫੀਸਰ ਸੀ ਸਾਰੇ ਉਹਦੀ ਕਮਾਂਡ ਦੇ ਥੱਲੇ ਕੰਮ ਕਰਦੇ ਰਹੇ। ਪਰ ਉਮਰਾ ਨੰਗਲ ਜਿਹੜਾ ਵਾ ਉਹ ਵੀ ਇੱਕ ਬੜਾ ਵੱਡਾ ਅਫਸਰ ਜਿਹੜਾ ਇਸ ਵੇਲੇ ਸੀ, ਸਾਬਕਾ ਐਸਐਸਪੀ ਚਰਨਜੀਤ ਸਿੰਘ ਤੇ ਹੋਰ ਸਾਰੇ ਜਿਹੜੇ ਆ ਉਹ ਲਿੰਕ ਆ ਉਹਨਾਂ ਦੇ ਸਾਰਿਆਂ ਦੇ ਉਹਨਾਂ ਗਵਾਹਾਂ ਦੇ ਨਾਲ ਜਿਹੜੇ ਪੁਲਿਸ ਨੇ ਬਣਾਏ ਗਏ ਆ ਜਾਂ ਸਾਰੇ ਉਸ ਖਾਸੇ ਦੇ ਵਿੱਚ। ਇਹ ਕਿੰਨੀ ਕੁ ਜਿਹੜੀ ਆ ਇਹ ਡਿਪੈਂਡ ਕਰਦਾ ਵਾ ਕਿ ਕਿਹੜੇ ਜੱਜ ਸਾਹਿਬ ਨੇ, ਜੁਡੀਸ਼ੀਅਲ ਆਫੀਸਰ ਕਿਸ ਤਰ੍ਹਾਂ ਹੈ, ਪ੍ਰੋਸੀਕਿਊਸ਼ਨ ਦੀ ਕਿੰਨੀ ਜਿਹੜੀ ਆ ਇਹ ਵਿਲ ਹੈ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਡਿਸਪੋਜ਼ ਆਫ ਕਰੀਏ, ਇਹਨੂੰ ਫਾਈਨਲ ਕਰੀਏ। ਇਹ ਸਾਰਾ ਕੁਝ ਜਿਹੜਾ ਡਿਪੈਂਡ ਕਰਦਾ। ਪਰ ਹੁੰਦਾ ਆਮ ਕਰਕੇ, ਜੋ ਮੈਂ ਆਮ ਕਰਕੇ ਕਹਾਂਗਾ, ਐਕਸੈਪਸ਼ਨ ਤਾਂ ਸਾਰੇ ਵੇਲੇ ਜਿਹੜੀਆਂ ਸਭ ਪਾਸੇ ਹੋ ਸਕਦੀਆਂ ਕਿ ਕਾਫੀ ਲੰਬਾ ਖਿੱਚਣ ਦੀ ਸੰਭਾਵਨਾ ਹੈ। ਚਿਤਰਾ ਸਾਹਿਬ ਤੁਹਾਡਾ ਪੁਰਾਣੇ ਕੇਸ ਤੁਸੀਂ ਦੇਖੇ ਆ, ਮਤਲਬ ਕਈ ਸਾਲ, 20 ਸਾਲ, 25 ਸਾਲ ਚੱਲ ਜਾਂਦੇ ਆ। ਤੁਹਾਨੂੰ ਕੀ ਲੱਗਦਾ ਇਸ ਕੇਸ ਦਾ ਕੋਈ ਨਿਪਟਾਰਾ ਹੋਏਗਾ? ਕਿਉਂਕਿ ਬਹੁਤ ਸੰਵੇਦਨਸ਼ੀਲ ਕੇਸ ਹੈ, ਬੇਅਦਬੀ ਨਾਲ ਜੁੜਿਆ ਹੋਇਆ, ਫਿਰ 2 ਨੌਜਵਾਨ ਮਾਰੇ ਗਏ ਆ, ਫਿਰ ਗੋਲੀ ਚੱਲਣਾ, ਕਈ ਲੋਕ ਕੋਟਕਪੂਰੇ 'ਚ ਜ਼ਖਮੀ ਹੋਏ। ਮਤਲਬ ਇਹ ਕੇਸ ਜਿਹੜਾ ਨਾ ਇਹ ਸਦਾ ਹੀ ਜਦੋਂ ਇਹਦਾ ਚੱਲਦਾ ਹੈ, ਦੁਨੀਆ ਦੀ ਨਿਗਾਹ 'ਚ, ਖਾਸ ਕਰਕੇ ਪੰਜਾਬੀ ਜਿੱਥੇ ਵੀ ਵਸੇ ਹੋਏ ਉਹਨਾਂ ਦੀ ਨਿਗਾਹ ਰਹਿੰਦੀ ਹੈ। ਇਸ ਤਰੀਕੇ ਨਾਲ ਇਸ ਕੇਸ ਦੇ ਬਾਰੇ ਕੋਈ ਜਲਦੀ ਨਹੀਂ ਕੋਈ ਫੈਸਲਾ ਆਉਣ ਦਾ ਤੁਹਾਡਾ ਆਪਣਾ ਅਨੁਭਵ ਕੀ ਕਹਿੰਦਾ? ਦੇਖੋ, ਇਹ ਤਾਂ ਹੁਣ ਬਾਟ ਸਾਹਿਬ ਦੱਸ ਸਕਦੇ ਆ ਕਿ ਕਿੰਨਾ ਕੁ ਜਲਦੀ ਜੁਡੀਸ਼ੀਅਲ ਪ੍ਰੋਸੈਸ ਇੱਥੇ ਚੱਲਦਾ, ਕਿਉਂਕਿ ਬਹੁਤ ਸਾਰੇ ਜਿਹੜੇ ਇਹਦੇ 'ਚ ਨੁਕਤੇ ਆਉਣੇ ਆ। ਕੋਰਟ ਜਿਹੜੀ ਹੈ ਹਜੇ ਤਾਂ ਲੋਅਰ ਕੋਰਟ ਹੈ, ਫਿਰ ਹਾਈ ਕੋਰਟ ਹੈ, ਫਿਰ ਸੁਪਰੀਮ ਕੋਰਟ ਹੈ। ਸਾਨੂੰ ਪਤਾ ਵੀ ਪ੍ਰੋਸੈਸ ਕਿੰਨਾ ਲੰਬਾ ਖਿੱਚਿਆ ਜਾਣਾ ਇਹ। ਪਰ ਮੈਂ ਇੱਕ ਹੋਰ ਗੱਲ ਵੱਲ ਧਿਆਨ ਆਪਣੇ ਦਰਸ਼ਕਾਂ ਦਾ ਤੇ ਤੁਹਾਡਾ ਵੀ ਦਿਵਾਉਣਾ ਚਾਹੁੰਦਾ ਕਿ ਜਦੋਂ ਇਹ ਕੇਸ ਖੁੱਲ੍ਹਿਆ ਸੀ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੋਣੀ, ਜਿਹੜੇ ਲੁਧਿਆਣੇ ਵਾਲਾ ਸਕੈਂਡਲ ਸੀ, ਜਦੋਂ ਪਿੱਛੇ ਜੇ ਉਹਨਾਂ ਨੂੰ ਉਹ ਕੇਸ ਵਾਪਸ ਲਿਆ ਗਿਆ ਸੀ, ਜਦੋਂ ਪਿਛਲੀ ਸਰਕਾਰ ਹਜੇ ਜਾ ਹੀ ਰਹੀ ਸੀ, ਉਹ ਇੱਕ ਤਰ੍ਹਾਂ ਦਾ ਆਮ ਇਹ ਗੱਲ ਸੁਣਨ ਨੂੰ ਮਿਲੀ ਸੀ। ਉਹ ਕਿੰਨੀ ਸਹੀ ਹੈ ਇਹ ਨਹੀਂ, ਮੈਂ ਉਹਦੇ 'ਚ ਨਹੀਂ ਜਾਊਂਗਾ ਕਿ ਉਹਦੇ 'ਚ ਕਿੰਨਾ ਕੁ ਉਹਦੇ 'ਚ ਵਜ਼ਨ ਹੈ, ਪਰ ਜ਼ਰੂਰ ਇਹ ਇੱਕ ਨੈਰੇਟਿਵ ਜ਼ਰੂਰ ਬਣਿਆ ਸੀ ਕਿ ਸ਼ਾਇਦ ਕੋਈ ਅੰਡਰਸਟੈਂਡਿੰਗ ਹੈ
ਉਹਦੇ ਕਰਕੇ ਹੀ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜੇ ਕੈਪਟਨ ਸਾਹਿਬ ਤੋਂ ਸਾਰੇ ਕੇਸ ਵਾਪਸ ਲੈ ਲਏ। ਉਦੋਂ ਵੀ ਡੀਜੀਪੀ ਸੈਣੀ ਹੋਣੀ ਗਵਾਹ ਵੀ ਸੀਗੇ, ਉਦੋਂ ਕਾਫੀ ਡਰਾਮਾ ਦੇਖਣ ਨੂੰ ਮਿਲਿਆ ਸੀ। ਹੁਣ ਵੀ ਜਿਹੜੀ ਲੱਗਦਾ ਕਿ ਜਿਹੜੀ ਕੇਸ ਇਹ ਵੀ ਹੈ, ਜੇ ਇਹਨੂੰ ਇੱਥੇ ਹੀ ਲਿਆ ਕੇ ਖੜਾ ਲਿਆ ਕਿ ਡੀਜੀਪੀ ਤੋਂ ਅੱਗੇ ਨਹੀਂ ਮਾਮਲਾ ਜਾ ਰਿਹਾ, ਤਾਂ ਇੱਕ ਤਰ੍ਹਾਂ ਦੀ ਜਿਹੜੀ ਪਬਲਿਕ ਪਰਸੈਪਸ਼ਨ ਪਹਿਲਾਂ ਬਣੀ ਹੋਈ ਹੈ ਕਿ ਕੋਈ ਨਾ ਕੋਈ ਅੰਡਰਸਟੈਂਡਿੰਗ ਜਿਹੜੀ ਹੈ, ਸੋ ਉਹ ਹੋਰ ਮੇਰੇ ਹਿਸਾਬ ਨਾਲ ਪਰਪੱਕ ਹੋਊਗੀ, ਜਿਸ ਤਰ੍ਹਾਂ ਦਾ ਹੁਣ ਅੱਜ ਦੀ ਘੜੀ ਜੋ ਲੱਗ ਰਿਹਾ। ਇਸ ਕੇਸ ਨੂੰ ਲੈ ਕੇ ਜਿਵੇਂ ਭਾਵਨਾਵਾਂ ਜੁੜੀਆਂ ਹੋਈਆਂ, ਜਿਵੇਂ ਉੱਥੇ ਧਰਨਾ ਲਾਇਆ ਗਿਆ, ਜਿਵੇਂ ਅੰਦੋਲਨ ਕੀਤਾ ਗਿਆ ਵੀ ਇਹਦਾ ਫੈਸਲਾ ਹੋਣਾ ਚਾਹੀਦਾ, ਜਿਵੇਂ ਸਰਕਾਰ ਨੇ ਵੀ ਵਾਰ-ਵਾਰ ਉਹਨਾਂ ਨੂੰ ਭਰੋਸਾ ਦਿੱਤਾ ਹੈ, ਤੇ ਕੁਝ ਹੋਰ ਲੋਕ ਵੀ ਜਿਹੜੇ ਆ ਉਹਨਾਂ ਦੇ ਕਹਿਣ ਤੇ ਛੱਡੇ, ਜਿਹੜੇ ਅੰਦੋਲਨਕਾਰੀ ਸੀ ਵੀ ਇੰਨੇ ਸਿੱਖ ਫੜੇ ਗਏ। ਪਰ ਲੋਕਾਂ ਦਾ ਅੱਜ ਵੀ ਇਹ ਸਵਾਲ ਆ ਵੀ ਜਿਹੜੇ ਬੇਅਦਬੀ ਨਾਲ ਜੁੜੇ ਲੋਕ, ਉਹਨਾਂ ਨੂੰ ਸਜ਼ਾ ਕਦੋਂ ਮਿਲੇਗੀ ਦੋਸ਼ੀਆਂ ਨੂੰ? ਤਾਂ ਮੈਨੂੰ ਲੱਗਦਾ ਹੈ ਕਿ ਕੇਸ ਲੰਮਾ, ਜਿਵੇਂ ਬਾਟ ਸਾਹਿਬ ਨੇ ਕਿਹਾ, ਲੰਮਾ ਖਿੱਚਣ ਦੀ ਪੋਸੀਬਿਲਿਟੀ ਹੈਗੀ ਹੈ, ਤੇ ਇਹੋ ਜਿਹੇ ਕੇਸਾਂ ਦਾ ਐਂਡ ਕਿੱਧਰ ਨੂੰ ਜਾਏਗਾ? ਕਈ ਵਾਰੀ ਤਾਂ ਇਹ ਹੁੰਦਾ ਮਤਲਬ ਐਡਾ ਕੇਸ ਲੰਮਾ ਹੋ ਜਾਂਦਾ। ਮੈਂ ਥੋੜਾ ਐਡ ਕਰਨਾ ਚਾਹੂੰਗਾ ਵੀ ਮੁੱਖ ਦੋਸ਼ੀਆਂ ਨੂੰ ਤੁਸੀਂ ਗੱਲ ਕੀਤੀ ਸਜ਼ਾ ਜਿਹੜੀ ਕਦੋਂ ਮਿਲੇਗੀ, ਹੈ ਨਾ। ਪਹਿਲੀ ਗੱਲ ਤਾਂ ਜਿਹੜੇ ਮੁੱਖ ਦੋਸ਼ੀ ਹੈ ਸੀ, ਜਿਵੇਂ ਤੁਸੀਂ ਸਿਰਸੇ ਵਾਲੇ ਦੀ ਗੱਲ ਕੀਤੀ ਹੈ, ਅਸੀਂ ਪਹਿਲਾਂ ਪੋਲੀਟੀਕਲ ਲੀਡਰਸ਼ਿਪ ਦੀ ਗੱਲ ਕੀਤੀ ਹੈ, ਠੀਕ ਹੈ ਨਾ। ਮਤਲਬ ਨਾਭਾ ਦੀ ਜਿਹੜੀ ਹੈ ਜੇਲ੍ਹ, ਉਹਦੇ ਚ ਮਰਡਰ ਕਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ ਸੀਗਾ, ਜਿਹੜਾ ਬੇਅਦਬੀ ਨਾਲ ਕਾਂਡ ਨਾਲ ਜੁੜਿਆ ਹੋਇਆ ਸੀਗਾ, ਤੇ ਉਹਦੀਆਂ ਤਾਰਾਂ ਇਸ ਕਰਕੇ ਡੇਰਾ ਸਿਰਸੇ ਤੱਕ ਪਹੁੰਚਦੀਆਂ ਸੀ। ਮਤਲਬ ਜਿਹੜੀ ਪੁਲਿਸ ਦਾ ਜਿਹੜਾ ਚਲਾਨ ਆ, ਉਹਦੇ ਚ ਵੀ ਇਹ ਗੱਲ ਕਹੀ ਗਈ ਹੈ ਵੀ ਉਹ ਵੀ ਜਿਹੜਾ ਜੋ ਬੇਅਦਬੀ ਹੋਈ ਉਹਦਾ ਮੁੱਖ ਸਾਜ਼ਿਸ਼ਕਾਰੀ ਸੀ। ਇੱਕ ਹੋਰ ਵੀ ਨੁਕਤਾ ਹੈ, ਜਿਹੜਾ ਇੱਕ ਬੰਬ ਬਲਾਸਟ ਹੋਇਆ ਸੀ ਬਹੁਤ ਇਲੈਕਸ਼ਨ ਤੋਂ ਪਹਿਲਾਂ, ਮੌੜ ਮੰਡੀ ਵਾਲਾ ਬੰਬ ਬਲਾਸਟ, ਉਹ ਵੀ ਜਿਹੜੀ ਇਨਵੈਸਟੀਗੇਸ਼ਨ ਹੈ ਕਿਸੇ ਪਾਸੇ ਨਹੀਂ ਗਈ, ਕਿਉਂਕਿ ਉਹਦੇ ਚ ਵੀ ਡੇਰਾ ਮੁਖੀ ਦਾ ਹੀ ਜਿਹੜਾ ਕੋਈ ਕਿਵੇਂ ਨਾ ਕਿਵੇਂ ਸੂਈ ਉੱਧਰ ਨੂੰ ਜਾਂਦੀ ਸੀ। ਸੋ ਇਹ ਕੇਸ ਵੀ ਤਕਰੀਬਨ ਉੱਦਾਂ ਦਾ ਹੀ ਮੇਰੇ ਹਿਸਾਬ ਨਾਲ ਉਸੇ ਪਾਸੇ ਨੂੰ ਜਾ ਰਿਹਾ। ਤੇ ਬਾਟ ਸਾਹਿਬ, ਤੈਨੂੰ ਲੱਗਦਾ ਨਹੀਂ ਕਿ ਮਤਲਬ ਵੀ ਇਹਦਾ ਕੋਈ ਫੈਸਲਾ ਹੋਏਗਾ, ਕੋਈ ਅਦਾਲਤ ਫੈਸਲਾ ਕਰੇਗੀ? ਇਸ ਜੰਮੂ ਸਾਹਿਬ ਜੇ ਜਿਹੜੀ ਆ ਨਾ ਸਰਕਾਰ ਜਿਹੜੀ ਆ ਉਹ ਚਾਹੁੰਦੀ ਆ ਆਪਣਾ ਇਸ ਨੂੰ ਕਿਸੇ ਪਾਸੇ ਲਾਉਣਾ ਕਿ ਇਹਦਾ ਫੈਸਲਾ ਹੋ ਸਕੇ, ਤਾਂ ਜਿਹੜੀ ਆ ਸਰਕਾਰ ਕੋਲੇ ਪਾਵਰ ਹੁੰਦੀ ਹੈ ਕਿ ਉਹ ਜਿਹੜਾ ਉੱਥੋਂ ਦੀ ਹਾਈ ਕੋਰਟ ਦਾ ਚੀਫ ਜਸਟਿਸ ਹੈ, ਉਹਨਾਂ ਨੂੰ ਇੱਕ ਐਪਲੀਕੇਸ਼ਨ ਲਿਖ ਕੇ ਦਿੰਦੇ ਆ ਕਿ ਇਸ ਕੇਸ ਦੇ ਬਾਰੇ ਦੇ ਵਿੱਚ ਸਪੈਸ਼ਲ ਕੋਰਟ ਜਿਹੜੀ ਆ ਉਹ ਨੋਮੀਨੇਟ ਕੀਤੀ ਜਾਵੇ, ਉਸ ਨੂੰ ਪਾਵਰਸ ਦਿੱਤੀਆਂ ਜਾਣ, ਤੇ ਉਹ ਐਕਸਕਲੂਸਿਵਲੀ, ਜਿਹਨੂੰ ਅਸੀਂ ਕਹਿੰਦੇ ਆ ਐਕਸਕਲੂਸਿਵਲੀ, ਇਸ ਕੇਸ ਦੇ ਉੱਤੇ ਜਿਹੜਾ ਵਾ ਉਹ ਇਸ ਕੇਸ ਨੂੰ ਚਲਾਵੇ, ਇਸ ਕੇਸ ਨੂੰ ਚਲਾ ਕੇ ਤੇ ਇਹਦਾ ਫੈਸਲਾ ਜਿਹੜਾ ਵਾ ਉਹ ਜਲਦੀ ਤੋਂ ਜਲਦੀ ਕੀਤਾ ਜਾਵੇ। ਤੁਸੀਂ ਬਿਲਕੁਲ ਕਿਹਾ ਕਿ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਜੁੜੀਆਂ ਹੋਈਆਂ ਨੇ, ਸੈਂਟੀਮੈਂਟਸ ਜਿਹੜੇ ਆ ਉਹ ਜੁੜੇ ਹੋਏ ਨੇ, ਤੇ ਇਸ ਕਰਕੇ ਇਹ ਜ਼ਰੂਰੀ ਹੈ ਜੇ ਸਰਕਾਰ 'ਚ ਇਮਾਨਦਾਰੀ ਹੈ ਤਾਂ ਉਹ ਸਟੈਪ ਜਿਹੜੇ ਆ ਉਹ ਲੈ ਸਕਦੀ ਆ। ਹਾਈ ਕੋਰਟ ਦੇ ਜੱਜ ਸਾਹਿਬ ਨੂੰ ਬੇਨਤੀ ਕਰਕੇ ਕਿ ਇੱਕ ਜਿਹੜੀ ਸਪੈਸ਼ਲ ਕੋਰਟ ਹੈ ਬਣਾਈ ਜਾਵੇ, ਤਾਂ ਕਿ ਇਸ ਕੇਸ ਦਾ ਜਿਹੜਾ ਜਲਦੀ ਆ ਉਹ ਨਿਪਟਾਰਾ ਹੋ ਸਕੇ। ਇਹ ਆਪਸ਼ਨ ਹੈਗਾ। ਹੁਣ ਇਹ ਉਸ ਨੂੰ ਜਿਹੜਾ ਲਾਗੂ ਕਰਦੇ ਆ ਕਿ ਨਹੀਂ ਕਰਦੇ, ਉਸ ਪਾਸੇ ਵੱਲ ਨੂੰ ਧਿਆਨ ਦਿੰਦੇ ਆ ਕਿ ਨਹੀਂ ਦਿੰਦੇ, ਇਹ ਤਾਂ ਸਰਕਾਰ ਦਾ ਕੰਮ ਹੈ। ਇਹਦਾ ਮਤਲਬ ਲੱਗਦਾ ਇਹੀ ਹੈ ਵੀ ਇਹ ਕੇਸ ਲਟਕੇਗਾ, ਲੰਮਾ ਚਿਰ ਚੱਲੇਗਾ, ਕਿਉਂਕਿ ਜੇ ਸਰਕਾਰ ਨੇ ਵੱਖਰੀ ਜਾਂ ਵਿਸ਼ੇਸ਼ ਅਦਾਲਤ ਬਣਾਉਣੀ ਹੁੰਦੀ ਤਾਂ ਹੁਣ ਤੋਂ ਬਹੁਤ ਪਹਿਲਾਂ ਬਣਾਈ ਜਾ ਸਕਦੀ। ਬਿਲਕੁਲ ਠੀਕ ਹੈ। ਇਸ ਦਾ ਮਤਲਬ ਮਾਮਲਾ ਹੈ ਜੇ ਲਟਕਦਾ ਚੱਲੇਗਾ। ਇਸ ਦੇ ਨਾਲ ਹੀ ਇੱਕ ਹੋਰ ਮਾਮਲੇ ਬਾਰੇ ਅਸੀਂ ਚਰਚਾ ਕਰਨਾ ਚਾਹੁੰਦੇ ਹਾਂ ਕਿ ਪਿਛਲੇ ਦਿਨਾਂ ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ, ਦਿੱਲੀ ਦੇ ਚਾਰੇ ਪਾਸੇ, ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਇਸ ਵੇਲੇ ਕਿਸਾਨ ਅੰਦੋਲਨ ਚੱਲ ਰਿਹਾ, ਤੇ ਖਾਸ ਕਰਕੇ ਜਿਹੜੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ NIA, ਉਹਨੇ ਪੰਜਾਬ ਦੇ ਕੋਈ 40 ਦੇ ਕਰੀਬ ਕਿਸਾਨਾਂ, 3 ਪੱਤਰਕਾਰਾਂ ਨੂੰ ਨੋਟਿਸ ਜਾਰੀ ਕਰਤੇ, ਸੰਮਣ ਜਾਰੀ ਕੀਤੇ, ਪੇਸ਼ ਹੋਣ ਲਈ ਕਿਹਾ। ਅੱਜ ਵੀ ਕਿਸੇ ਨੇ ਪੇਸ਼ ਹੋਣਾ ਸੀ, ਕੱਲ ਨੂੰ ਵੀ ਪੇਸ਼ ਹੋਣਾ। ਇਹ ਖਾਸ ਤੌਰ ਤੇ ਇਸ ਦੌਰ ਦੇ ਵਿੱਚ ਕਿਉਂ ਕੀਤਾ ਗਿਆ? ਕੀ ਬਾਟ ਸਾਹਿਬ ਤੁਸੀਂ ਕੀ ਸਮਝਦੇ ਇਹਦੇ ਬਾਰੇ? ਇਹ ਜੰਮੂ ਸਾਹਿਬ, ਮੈਂ ਇਹਦਾ ਕਲੈਰੀਫਾਈ ਕਰ ਦੇਵਾਂ ਕਿ ਜਿਹੜੀ ਇਹ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ, ਇਹ 2008 ਦੇ ਵਿੱਚ ਜਿਹੜੀ ਆ ਉਹ ਇੱਕ ਕਾਨੂੰਨ ਬਣਿਆ ਸੀ। ਉਸ ਵੇਲੇ ਜਦੋਂ ਜਿਹੜੇ ਪਾਕਿਸਤਾਨ ਤੋਂ ਜਿਹੜੇ ਕੁਝ ਦਹਿਸ਼ਤਗਰਦ ਜਿਹੜੇ ਆ ਮੁੰਬਈ ਦੇ ਵਿੱਚ ਆਏ ਸੀ ਔਰ ਉੱਥੇ ਆ ਕੇ ਉਹਨਾਂ ਫਾਇਰਿੰਗ ਕੀਤੀ ਤੇ ਕਾਫੀ ਜਿਹੜੀਆਂ ਉਹਦੇ ਵਿੱਚ ਕੀਮਤੀ ਜਾਨਾਂ ਜਿਹੜੀਆਂ ਉਹ ਚਲੀਆਂ ਗਈਆਂ, ਤਾਂ ਉਸ ਵੇਲੇ ਇਹ ਮਹਿਸੂਸ ਕੀਤਾ ਗਿਆ ਗਵਰਨਮੈਂਟ ਵੱਲੋਂ ਕਿ ਸਾਡੀ ਜਿਹੜੀ ਕਾਊਂਟਰ ਇੰਟੈਲੀਜੈਂਸੀ ਹੈ, ਕਿ ਸਾਨੂੰ ਪਹਿਲਾਂ ਪਤਾ ਲੱਗੇ ਕਿ ਹਾਂ ਇਹ ਕੰਮ ਹੋ ਰਿਹਾ, ਉਹ ਫੇਲ ਹੋਈ ਹੈ। ਸਾਡੀਆਂ ਏਜੰਸੀ ਜਿਹੜੀਆਂ ਫੇਲ ਹੋਈਆਂ, ਇਸ ਕਰਕੇ ਸਾਨੂੰ ਐਕਸਕਲੂਸਿਵਲੀ ਇੱਕ ਇਹੋ ਜਿਹੀ ਏਜੰਸੀ ਚਾਹੀਦੀ ਹੈ ਜਿਹੜੀ ਕਾਊਂਟਰ ਟੈਰਰਿਜ਼ਮ ਤੇ ਦੇਸ਼ ਨੂੰ ਜਿਹੜਾ ਖਤਰਾ ਜਿਹੜਾ ਵਾ ਉਹ ਹੈ, ਜਿਹੜਾ ਮਤਲਬ ਜਿਹੜਾ ਬਾਹਰੋਂ ਜਾਂ ਅੰਦਰੋਂ ਜਿਹੜਾ ਵਾ ਸਰਕਾਰ ਨੂੰ ਜਿਹੜਾ ਡਾਇਰੈਕਟ ਤੌਰ ਦੇ ਉੱਤੇ
ਖਤਰਾ ਪੈਂਦਾ ਵਾ ਲੋਕਾਂ ਦੇ ਵਿੱਚ ਜਿਹੜਾ ਵਾ ਇੱਕ ਬਰਾਦਰੀ ਦੇ ਨਾਂ ਤੇ ਮਜ਼ਹਬ ਦੇ ਨਾਂ ਤੇ ਜਿਹੜੀਆਂ ਫੋਰਸਿਸ ਨੇ ਉਹ ਲੜਾਉਣੀਆਂ ਜਾਂ ਸੈਪਰੇਟਿਸਟ ਫੋਰਸਿਸ ਆ, ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਰਫ ਇਸ ਕੰਮ ਦੇ ਲਈ ਜਿਹੜੇ ਬਹੁਤ ਹੀ ਸੀਰੀਅਸ ਜਿਹੜੇ ਇਸ਼ੂਜ਼ ਦੀ ਉਹਨਾਂ ਵਿੱਚ ਨਿਊਕਲੀਅਰ ਜਿਹੜੇ ਸਾਡੇ ਪਲਾਂਟ ਹੈ ਉਹਨਾਂ ਦੀ ਡਿਫੈਂਸ ਕਰਨ ਦਾ ਵੀ ਸੀ। ਉਸ ਤੋਂ ਬਾਅਦ ਜਿਹੜਾ ਵਾ ਕਾਊਂਟਰਫੀਟ ਜਿਹੜੀ ਕਰੰਸੀ ਹੈ, ਜਾਲੀ ਕਰੰਸੀ ਆ, ਉਹ ਵੀ ਇਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ 2019 ਦੇ ਵਿੱਚ ਜਿਹੜੀ ਅਮੈਂਡਮੈਂਟ ਪਾਸ ਕਰਕੇ। ਇਸ ਕਰਕੇ ਸਿਰਫ ਉਹਦਾ ਜਿਹੜਾ ਐਕਸਕਲੂਸਿਵ ਇਹ ਸੀ ਔਰ ਉਹਦੀ ਪਾਵਰ ਇੰਨੀ ਵਾਸਟ ਸੀ ਕਿ ਉਹ ਬਿਨਾਂ ਕਿਸੇ ਵੀ ਸੂਬੇ ਸਰਕਾਰ ਨੂੰ ਪੁੱਛਿਆ ਹੋਇਆ, ਬਿਨਾਂ ਕਿਸੇ ਸੂਬੇ ਸਰਕਾਰ ਦੀ ਪੁਲਿਸ ਨੂੰ ਪੁੱਛਿਆ ਹੋਇਆ ਸਿੱਧੇ ਤੌਰ ਤੇ ਜਾ ਕੇ ਆਪਦਾ ਐਕਸ਼ਨ ਕਰ ਸਕਦੇ ਆ, ਕਿਸੇ ਨੂੰ ਅਰੈਸਟ ਕਰ ਸਕਦੇ ਆ, ਉਹ ਜਿਹੜਾ ਕੇਸ ਦਰਜ ਕਰ ਸਕਦੇ ਆ। ਇਸ ਬੈਕਗਰਾਉਂਡ ਦੇ ਵਿੱਚ ਇਹ ਬਣੀ ਸੀ। ਹੁਣ ਜਿਹੜਾ ਜੰਮੂ ਸਾਹਿਬ ਹੈ, ਜਿਹੜਾ ਇਸ ਦੌਰ ਦੇ ਵਿੱਚ ਇਹਦਾ ਮਿਸਯੂਜ਼ ਜਿਹੜਾ ਵਾ ਪਿਛਲੇ ਸਮੇਂ 'ਚ ਵੀ ਹੋਇਆ, ਉਦੋਂ ਵੀ ਹੋਇਆ ਜਦੋਂ ਜਿਹੜਾ ਭੀਮਾ ਕੋਰੇਗਾਉਂ ਦੇ ਵਿੱਚ ਜਿਹੜਾ ਜੋ ਘਟਨਾ ਹੋਈ ਸੀ ਉਹਦੇ ਵਿੱਚ ਵੀ NIA ਨੂੰ ਜਿਹੜੀ ਉਹ ਸੌਂਪ ਦਿੱਤੀ ਗਈ ਤੇ ਉਹਦੇ ਵਿੱਚ ਵੀ ਵਰਬਰਾ ਰਾਓ ਵਰਗੇ ਜਿਹੜੇ ਲੋਕ ਹੈ, ਪੋਇਟ ਹੈ, ਇੱਕ ਜਿਹੜਾ ਵਾ ਉਹ ਪ੍ਰੀਸਟ ਸੀ ਸਟੈਨ ਸਵਾਮੀ, ਜਿਹੜਾ ਵਿਚਾਰਾ ਜਿਹੜਾ ਵਾ ਉਹ ਮਤਲਬ ਪੈਕਰਸਨ ਦਾ ਜਿਹੜੀ ਬਿਮਾਰੀ ਦਾ ਸ਼ਿਕਾਰ ਹੈ, ਉਹਦੇ ਹੱਥ ਕਿਤੇ ਆਪਦਾ ਗਲਾਸ ਵੀ ਨਹੀਂ ਫੜ ਸਕਦਾ ਤੇ ਉਹਨੂੰ ਜਿਹੜਾ ਵਾ ਉਹ ਪਾਣੀ ਪੀਣ ਲਈ ਵੀ ਜਿਹੜਾ ਪਾਈਪ ਦੀ ਜ਼ਰੂਰਤ ਹੈ। ਉਹੋ ਜਿਹੇ ਲੋਕ ਜਿਹੜੇ 80 85 ਸਾਲ ਦੇ ਬੁੱਧੀਜੀਵੀ ਵਕੀਲ ਉਹ ਫੜੇ ਗਏ, ਉਹ ਵੀ ਇੱਕ ਮਿਸਯੂਜ਼ ਤੇ ਇਹ ਉਹਦੀ ਕੰਟੀਨਿਊਟੀ ਹੈ। ਜੰਮੂ ਕਸ਼ਮੀਰ 'ਚ ਵੀ ਉਹਨੂੰ ਕੀਤਾ ਗਿਆ, ਯੂਪੀ ਦੇ ਵਿੱਚ ਵੀ ਹੋਰ ਕਈ ਕੇਸਾਂ ਦੇ ਵਿੱਚ ਜਿਹੜਾ ਕੀਤਾ ਗਿਆ, ਕਿਉਂਕਿ ਬੜਾ ਸਟਰਜੈਂਟ ਜਿਹੜਾ ਸਖਤ ਕਾਨੂੰਨ ਹੈ ਉਹਦੇ ਵਿੱਚ ਤੁਸੀਂ ਇੱਕ ਬੰਦਾ ਫੜ ਕੇ ਅੰਦਰ ਸੁੱਟ ਦਿਓ ਤੇ ਉਹਦੀ ਜ਼ਮਾਨਤ ਜਿਹੜੀ ਹੈ ਕਈ ਸਾਲਾਂ ਤੱਕ ਨਹੀਂ ਹੁੰਦੀ। ਦੇਖੋ ਤੁਸੀਂ ਵਰਬਰਾ ਰਾਓ ਜਿਹੜਾ ਹੈ ਮਤਲਬ ਵਰਚੁਅਲੀ ਜਿਹੜਾ ਵਾ ਉਹ ਜਿਹੜਾ ਡੈਥ ਬੈੱਡ ਦੇ ਉੱਤੇ ਪੈਣ ਵਾਲੀ ਗੱਲ ਹੈ, 85 ਸਾਲ ਦਾ ਆਦਮੀ, ਉਹਨੂੰ ਅਜੇ ਤੱਕ ਜਿਹੜੀ ਹੈ ਜ਼ਮਾਨਤ ਨਹੀਂ ਮਿਲੀ। ਇਸ ਕਰਕੇ ਕੰਟੀਨਿਊਟੀ ਉਹਦੀ ਹੈ ਕਿ ਇੱਕ ਲੋਕਾਂ ਤੇ ਦਹਿਸ਼ਤ ਪਾਉਣ ਦੇ ਲਈ, ਟੈਰਰ ਕ੍ਰੀਏਟ ਕਰਨ ਦੇ ਲਈ ਇਹੋ ਜਿਹੇ ਜਿਹੜੇ ਨੋਟਿਸ ਆ ਉਹ ਦਿੱਤੇ ਜਾਣ। ਇੱਕ FIR ਜਿਹੜੀ ਆ ਉਹਨਾਂ ਨੇ ਦਰਜ ਕਰ ਲਈ ਕਿ ਜਿਹੜਾ ਉਹ ਗੁੱਤ ਵਾਲਾ ਪੰਨੂ ਜਿਹੜਾ ਵਾ ਉਹ ਤੇ ਜਿਹੜਾ ਪਰਮਜੀਤ ਸਿੰਘ ਇੱਕ ਹੋਰ ਤੇ ਇੱਕ ਹੋਰ, ਇਹਨਾਂ ਨੇ ਜਿਹੜੀ ਸਾਜ਼ਿਸ਼ ਕਰ ਰਹੇ ਆ ਕਿ ਦੇਸ਼ ਦੇ ਵਿੱਚ ਅਸੀਂ ਜਿਹੜੀ ਆ ਇਨਸਟੇਬਿਲਿਟੀ ਕ੍ਰੀਏਟ ਕਰੀਏ, ਦੇਸ਼ ਦੀ ਸਰਕਾਰ ਦੇ ਖਿਲਾਫ ਜੰਗ ਛੇੜੀਏ, ਆਰਮਡ ਕਨਫਲਿਕਟ ਕਰੀਏ, ਇਸ ਤਰ੍ਹਾਂ ਦਾ ਜਿਹੜਾ ਉਹ ਬਣਾ ਕੇ ਕੀਤਾ। ਹੁਣ ਉਹਦੇ ਬੇਸ ਬਣਾ ਕੇ ਇਹ ਸਭ ਨੂੰ ਨੋਟਿਸ ਕਰੀ ਜਾ ਰਹੇ, ਜਿਹਦਾ ਸਿੱਧਾ ਮਿਸਯੂਜ਼ ਹੈ, ਦੁਰਵਰਤੋਂ ਹੈ ਜਿਹੜੀ ਇਸ ਕਾਨੂੰਨ ਦੇ ਜੁਰੀਡਿਕਸ਼ਨ ਦੇ ਵਿੱਚ ਨਹੀਂ ਹੈ। ਔਰ ਇਹ ਸਭ ਨੂੰ ਜਿਹੜਾ ਵੇਖੋ ਇੱਕ ਆਮ ਆਦਮੀ ਜਿਹੜਾ ਹੈ ਨਾ ਉਹ ਤਾਂ ਪੁਲਿਸ ਦੇ ਇੱਕ ਸਿਪਾਹੀ ਤੋਂ ਵੀ ਡਰਦਾ, ਥਾਣੇ 'ਚ ਨਹੀਂ ਜਾਂਦਾ ਹੈ, ਤੇ ਜੇ ਉਹਨੂੰ ਨੋਟਿਸ ਆ ਜਾਂਦਾ NIA ਦਾ ਤਾਂ ਇੱਕ ਬਹੁਤ ਵੱਡੀ ਜਿਹੜੀ ਹੈ ਦਹਿਸ਼ਤ ਪਾਉਣ ਵਾਲੀ ਗੱਲ ਹੁੰਦੀ ਹੈ। ਪਰ ਮੈਨੂੰ ਲੱਗਦਾ ਹੈ ਕਿ ਇਸ ਸਾਰੇ ਜਿਹੜੀ ਸਿਚੁਏਸ਼ਨ ਆ ਉਹਦੇ ਵਿੱਚ ਉਹ ਪੱਤਰਕਾਰ ਜਿਹੜਾ ਆਪਣਾ ਕੰਮ ਕਰ ਰਹੇ ਨੇ, ਉਹ ਏਜੰਸੀਆਂ ਜਿਹੜੀਆਂ ਜੋ ਉਹ ਲੋਕ ਜਿਹੜੇ ਆਪਣੀ ਸਪੋਰਟ ਦੇ ਰਹੇ ਨੇ, ਬੱਸਾਂ ਜਿਹੜੀਆਂ ਲਾਈਆਂ ਸਿਰਫ ਕਿ ਜਿਹੜੇ ਉੱਥੇ ਲੋਕ ਜਿਹੜੇ ਆ ਜਾ ਸਕਣ, ਕਿ ਗਰੀਬ ਲੋਕ ਜਿਹੜੇ ਇਹਨਾਂ ਕਿਰਾਇਆ ਦੇ ਕੇ ਨਹੀਂ ਜਾ ਸਕਦੇ, ਬੱਸ ਦੀ ਸੇਵਾ, ਹੋਰ ਉੱਥੇ ਕੁਝ ਬੰਦਾ ਜਿਹਦੀ ਡੈਥ ਹੋ ਗਈ ਆ ਉਹਨੂੰ ਕੋਈ ਸਪੋਰਟ ਹੈ। ਔਰ ਪੱਤਰਕਾਰ ਨੇ ਜਿਹੜਾ ਆਪਦਾ ਉਸ ਨੂੰ ਇਮਾਨਦਾਰੀ ਦੇ ਨਾਲ ਕਵਰ ਕਰ ਰਹੇ ਨੇ, ਜਿਹੜਾ ਉਹਨਾਂ ਦਾ ਰਾਈਟ ਹੈ ਕਿ ਲੋਕਾਂ ਨੂੰ ਸੱਚਾਈ ਦੱਸਣੀ ਤੇ ਆਪਣਾ ਜਿਹੜਾ ਵਾ ਆਪਣੀ ਗੱਲ ਲੋਕਾਂ ਦੇ ਸਾਹਮਣੇ ਪਹੁੰਚਾਉਣੀ ਐਜ਼ ਏ ਪੱਤਰਕਾਰ, ਚਾਹੇ ਉਹ ਅਖਬਾਰੀ ਹੋਵੇ, ਚਾਹੇ ਜਿਹੜਾ ਦੂਸਰਾ ਸੋਸ਼ਲ ਮੀਡੀਆ ਦੇ ਵਿੱਚ ਹੋਵੇ, ਚਾਹੇ TV ਦੇ ਵਿੱਚ ਹੋਵੇ। ਇਸ ਕਰਕੇ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਵਾ ਉਹ ਨੋਟਿਸ ਭੇਜੇ ਜਾ ਰਹੇ ਆ ਦਹਿਸ਼ਤ ਪਾਉਣ ਦੇ ਲਈ ਲੋਕਾਂ ਦੇ ਉੱਤੇ। ਪਰ ਮੈਨੂੰ ਲੱਗਦਾ ਇਹ ਆ ਕਿ ਲੋਕ ਜਿਹੜੇ ਆ ਉਹ ਖੜੇ ਹੋ ਗਿਆ, ਇਹੋ ਜਿਹਾ ਜਿਹੜਾ ਉਹਨਾਂ ਦਾ ਕੋਈ ਜਿਹੜਾ ਢੰਗ ਤਰੀਕਾ ਵਾ ਉਹ ਇੱਥੇ ਕਾਮਯਾਬ ਨਹੀਂ ਹੋਣਾ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜਾ ਕੀਤਾ ਕਿ ਤਾਂ ਜਿੰਨੇ ਕਿਸਾਨ ਬੈਠੇ ਆ ਤਾਂ ਪਾਕਿਸਤਾਨ ਜਿਹੜਾ ਵਾ ਉਹ ਇਹਦੇ ਪਿੱਛੇ ਹੈ, ਚੀਨ ਪਿੱਛੇ ਹੈ, ਮਾਓਵਾਦੀ ਹੈ, ਖਾਲਿਸਤਾਨੀ ਹੈ, ਇਹ ਐਂਟੀ ਨੈਸ਼ਨਲ, ਉਹ ਨਹੀਂ ਚੱਲਿਆ ਤੇ ਇਹ ਵੀ ਨਹੀਂ ਚੱਲਣਾ ਹੈ। ਇਹ ਬਦਨਾਮ ਕਰਨ ਦੀ ਕੋਸ਼ਿਸ਼ ਹੈ ਬਾਹਰ ਵਿੱਚ ਕਿ ਅੰਦੋਲਨ ਨੂੰ ਅਸੀਂ ਜਿਹੜਾ ਬ੍ਰਾਂਡ ਕਰ ਦਈਏ ਕਿ ਇਹ ਤਾਂ ਬਾਹਰੋਂ ਜਿਹੜਾ ਸਾਰਾ ਕੁਝ ਸਪਾਂਸਰਡ ਹੋ ਰਿਹਾ, ਜਿਹੜੀਆਂ ਐਂਟੀ ਨੈਸ਼ਨਲ ਫੋਰਸਿਸ ਆ ਉਹ ਇਹਨੂੰ ਕਰ ਰਹੀਆਂ, ਉਹ ਕਾਮਯਾਬ ਨਹੀਂ ਹੋਣਾ। ਜਸਪਾਲ ਜੀ, ਇਹਦੇ ਵਿੱਚ ਇੱਕ ਪੱਤਰਕਾਰ ਨੇ ਜਿਨ੍ਹਾਂ ਨੇ ਕੈਨੇਡਾ 'ਚ ਪਹਿਲਾਂ ਪੱਤਰਕਾਰੀ ਕੀਤੀ, ਬਲਤੇਜ ਸਿੰਘ ਪੰਨੂ, ਉਹਨੂੰ ਵੀ ਇੱਕ ਨੋਟਿਸ ਦਿੱਤਾ ਹੋਇਆ, ਉਹਨੂੰ ਸਮਨ ਕੀਤੇ, ਅੱਜ ਸ਼ਾਇਦ ਉਹਨਾਂ ਦੀ ਪੇਸ਼ੀ ਹੈ। ਤੁਸੀਂ ਉਹਨਾਂ ਨੇ ਕੈਨੇਡਾ 'ਚ ਵੀ ਕੀਤਾ, ਉਹ ਜਿਹੜਾ ਪੰਨੂ ਆ, ਜਿਹੜਾ ਦੂਜਾ ਪੰਨੂ ਆ ਅਮਰੀਕਾ ਵਾਲਾ 2020 ਵਾਲਾ ਰੈਫਰੈਂਡਮ ਵਾਲਾ, ਉਹਦੇ ਖਿਲਾਫ ਵੀ ਲਗਾਤਾਰ ਲਿਖਦੇ ਰਹੇ, ਖਾਲਿਸਤਾਨ ਦੀ ਮੂਵਮੈਂਟ ਦੇ ਖਿਲਾਫ ਲਿਖਦੇ ਰਹੇ। ਤੁਸੀਂ ਉਹਨੂੰ ਇਹਦੇ 'ਚ ਸ਼ਾਮਲ ਕਰਨਾ ਤੇ ਹੋਰਾਂ ਦੇ ਸਮਨ ਜਾਰੀ ਕਰਨਾ, ਤੁਸੀਂ ਕੀ ਸਮਝਦੇ? ਵੈਸੇ ਤਾਂ ਬਲਤੇਜ ਪੰਨੂ ਹੋਣਾ ਨੂੰ ਸ਼ਾਮਲ ਕਰਨਾ ਤਾਂ ਬਿਲਕੁਲ ਹੀ ਹਾਸੋਹੀਣਾ ਤਰਕ ਹੈ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਉਹ ਇਸ ਜਿਹੜਾ ਪੂਰਾ ਦਾ ਪੂਰਾ ਕੇਸ ਬਣਾਇਆ ਗਿਆ ਕਿ ਖਾਲਿਸਤਾਨ ਵਾਲਾ ਐਂਗਲ ਹੈ ਜਿਹੜਾ ਇਹਦੇ 'ਚ ਕਿਸਾਨਾਂ ਵਾਲੀ ਮੂਵਮੈਂਟ ਦੇ ਵਿੱਚ, ਤੇ ਬਲਤੇਜ ਪੰਨੂ ਹੋਣਾ ਹੀ ਜਿੰਨਾ ਕੁ ਮੈਂ ਜਾਣਦਾ 20-22 ਸਾਲ ਤੋਂ ਉਹਨਾਂ ਨੂੰ,
ਉਹ ਤਾਂ ਦੂਜੇ ਪਾਸੇ ਖੜੇ ਰਹੇ ਆ ਹਮੇਸ਼ਾ ਤੋਂ ਸ਼ੁਰੂ ਤੋਂ। ਹਾਂਜੀ, ਹਾਂਜੀ। ਬਿਲਕੁਲ। ਜਦੋਂ ਦੇ ਇੰਡੀਆ 'ਚ ਵੀ ਹੈ ਉਦੋਂ ਵੀ, ਜਦੋਂ ਮੈਂ ਉੱਥੇ ਕੈਨੇਡਾ 'ਚ ਵੀ ਦੇਖਿਆ ਉਹਨਾਂ ਨੂੰ, ਉਹ ਇਸ ਧਿਰ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ, ਉਲਟਾ ਤਾਂ ਉਹਨਾਂ ਨੂੰ ਧਮਕੀਆਂ ਇਹਨਾਂ ਵੱਲੋਂ ਮਿਲਦੀਆਂ ਰਹੀਆਂ ਇਸ ਧਿਰ ਵੱਲੋਂ। ਪਰ ਮੈਂ ਨਾਲ ਦੀ ਨਾਲ ਇੱਕ ਪੁਆਇੰਟ ਹੋਰ ਬਿਲਡ ਕਰਨਾ ਚਾਹੂੰਗਾ ਕਿ ਇਹ ਸਾਰਾ ਦਾ ਸਾਰਾ ਦਾਰੋਮਦਾਰ ਆ ਜਿਹੜਾ NIA ਦੇ ਜਿਹੜੇ ਸੰਮਣ ਆਏ ਆ, ਇਹ ਸ਼ੁਰੂ ਕਦੋਂ ਕੀਤਾ ਗਿਆ? ਇਹ ਸ਼ੁਰੂ ਉਦੋਂ ਕੀਤਾ ਗਿਆ ਜਦੋਂ ਪਿਛਲੀ ਸੁਪਰੀਮ ਕੋਰਟ ਦੀ ਸੁਣਵਾਈ ਸੀ, ਜਦੋਂ ਸਰਕਾਰ ਨੂੰ ਉਹਨਾਂ ਨੇ ਪੁੱਛਿਆ, ਜਦੋਂ ਸਰਕਾਰ ਨੇ ਵਾਰ-ਵਾਰ ਖਾਲਿਸਤਾਨ ਦੇ ਐਂਗਲ ਦੀ ਗੱਲ ਕੀਤੀ ਤਾਂ ਕੋਰਟ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਐਵੀਡੈਂਸ ਹੈ ਕੋਈ? ਤਾਂ ਉਹ ਐਵੀਡੈਂਸ ਉਦੋਂ ਕੋਈ ਨਹੀਂ ਸੀ ਸਰਕਾਰ ਕੋਲ। ਫਿਰ ਇੱਕ ਉਹਨਾਂ ਨੇ ਐਫੀਡੇਵਿਟ ਮੌਕੇ ਤੇ ਥੋੜੀ ਦੇਰ ਬਾਅਦ ਪੇਸ਼ ਕੀਤਾ ਕਿ ਹਾਂ ਸਾਡੇ ਕੋਲ ਐਵੀਡੈਂਸ ਹੈ, ਅਸੀਂ ਅਗਲੀ ਵਾਰੀ ਪੇਸ਼ ਕਰਾਂਗੇ। ਸੋ ਮੈਂ ਇਹਨੂੰ ਐ ਸਮਝਦਾ ਵੀ ਦੋ ਪਰਪਸ ਇਹਦੇ ਮੁੱਖ ਤੌਰ ਦੇ ਹੈ। ਇੱਕ ਤਾਂ ਜਿਹੜੇ ਡਰਾਉਣਾ, ਜਿਵੇਂ ਕਿ ਬਾਠ ਸਾਹਿਬ ਨੇ ਕਿਹਾ, ਲੋਕਾਂ ਨੂੰ ਜਿਹੜੇ ਜੁੜੇ ਹੋਏ ਅੰਦੋਲਨ ਨਾਲ। ਦੂਜਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਕੇਸ ਬਿਲਡ ਕਰਨਾ ਕਿ ਇੰਨੇ ਬੰਦਿਆਂ ਨੂੰ ਅਸੀਂ ਇਨਵੈਸਟੀਗੇਸ਼ਨ ਲਈ ਸੱਦਿਆ ਜੀ, ਆਹ ਸਾਡੇ ਕੋਲ ਐਵੀਡੈਂਸ ਹੈ। ਸੋ ਉਹਨੂੰ ਥੋੜਾ ਬਹੁਤ ਉਹਦਾ ਸਟਰੋਂਗ ਬੇਸ ਹੈ ਬਣਾਉਣਾ। ਦੋ ਪਰਪਸ ਮੈਂ ਸਮਝਦਾ ਇਹਦੇ ਜਿਹੜੇ ਹੈ। ਮੁੱਖ ਤੌਰ ਤੇ ਡਰਾਉਣ ਦਾ ਹੋ ਗਿਆ ਵੀ ਮੂਵਮੈਂਟ ਜਿਹੜੀ ਹੈ ਸਫਲਤਾ ਵੱਲ ਨੂੰ ਜਾ ਰਹੀ ਹੈ, ਡਰਾਉਣ ਦਾ ਤੇ ਬਦਨਾਮ ਕਰਨ ਦਾ, ਇਹ ਦੋ ਤਰੀਕੇ ਹੋ ਗਏ। ਮਤਲਬ ਤੁਸੀਂ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ, ਬਾਠ ਸਾਹਿਬ ਤੇ ਚਿੱਤਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ। ਤੇ ਇੱਥੇ ਹੀ ਸਾਡੇ ਸ਼ੋਅ ਦਾ ਸਮਾਂ ਸਮਾਪਤ ਹੋ ਗਿਆ। ਧੰਨਵਾਦ।